1971 ਦੀ ਜੰਗ ਵਿੱਚ 93,000 ਪਾਕਿਸਤਾਨੀ ਸੈਨਿਕਾਂ ਦਾ ਇਤਿਹਾਸਿਕ ਸਮਰਪਣ ਭਾਰਤੀ ਫੌਜ ਦੀ ਵਿਸ਼ਵ ਇਤਿਹਾਸ ਉੱਤੇ ਅਮਿੱਟ ਮੁਹਰ ਸੀ ਅਤੇ ਇਸ ਇਤਿਹਾਸਿਕ ਕੜੀ ਦਾ ਨਾਇਕ ਸੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ। ਸਰਦਾਰ ਜਗਜੀਤ ਸਿੰਘ ਅਰੋੜਾ ਨੇ ਉਸ ਪਲ ਨੂੰ ਜਿਵੇਂ ਰੋਕ ਕੇ ਹੀ ਰੱਖ ਦਿੱਤਾ ਸੀ ਜਦੋਂ ਪਾਕਿਸਤਾਨੀ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜੀ ਨੇ 16 ਦਸੰਬਰ 1971 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ 93,000 ਤੋਂ ਵੱਧ ਪਾਕਿਸਤਾਨੀ ਫੌਜ ਦੇ ਬਿਨਾਂ ਸ਼ਰਤ ਆਤਮ ਸਮਰਪਣ ਦੇ ਸਮਝੌਤੇ ਤੇ ਹਸਤਾਖਰ ਕੀਤੇ ਸਨ। ਸ਼ਾਇਦ ਹੀ ਕੋਈ ਅਜਿਹਾ ਭਾਰਤੀ ਅਤੇ ਪਾਕਿਸਤਾਨੀ ਵੀ ਜਿਸ ਨੇ ਇਹ ਤਸਵੀਰ ਨਾ ਦੇਖੀ ਹੋਵੇ ਜਦੋਂ ਕਰੋੜਾਂ ਬੰਗਲਾਦੇਸ਼ੀਆਂ ਦੀ ਜ਼ਿੰਦਗੀ ਪਾਕਿਸਤਾਨੀਆਂ ਤੋਂ ਭਾਰਤੀ ਫੌਜ ਨੇ ਬਚਾਈ ਸੀ। ਆਓ ਲੈਫਟੀਨੈਂਟ ਜਨਰਲ ਅਰੋੜਾ ਬਾਰੇ ਹੋਰ ਜਾਣਦੇ ਹਾਂ। ਲੈਫਟੀਨੈਂਟ ਜਨਰਲ ਅਰੋੜਾ ਦਾ ਜਨਮ 13 ਫਰਵਰੀ 1916 ਨੂੰ ਕਾਲਾ ਗੁਜਰਾ ਸਾਂਝੇ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਵਿੱਚ ਸਿੱਖ ਪਰਿਵਾਰ ਵਿੱਚ ਹੋਇਆ ਅਤੇ ਉਹਨਾਂ ਦੇ ਪਿਤਾ ਇੰਜੀਨੀਅਰ ਸਨ। ਲੈਫਟੀਨੈਂਟ ਜਨਰਲ ਅਰੋੜਾ ਨੇ 1939 ਵਿੱਚ ਭਾਰਤੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਹਨਾਂ ਨੂੰ 2nd ਪੰਜਾਬ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨਿਯੁਕਤ ਕੀਤਾ ਗਿਆ। ਕਮਿਸ਼ਨ ਨੇ 2-3 ਸਾਲਾਂ ਬਾਅਦ ਹੀ ਉਹਨਾਂ ਨੂੰ ਦੂਜੀ ਸੰਸਾਰ ਜੰਗ ਵੇਲੇ ਬਰਮਾ ਜੰਗ ਵਿੱਚ ਹਿੱਸਾ ਲੈਣ ਲਈ ਭੇਜਿਆ। ਉਹਨਾਂ 1948 ਦੇ ਕਸ਼ਮੀਰ ਆਪਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਅਤੇ ਰਾਜੌਰੀ ਦੇ ਪੀਰ ਕਲਾਵੇ ਖੇਤਰ ਵਿੱਚ ਅਗਵਾਈ ਕੀਤੀ। ਆਜ਼ਾਦੀ ਤੋਂ ਬਾਅਦ 1947 ਵਿੱਚ ਕਸ਼ਮੀਰ ਵਿੱਚ ਪਾਕਿਸਤਾਨ ਖਿਲਾਫ ਹੋਈ ਲੜਾਈ, 1962 ਦੀ ਭਾਰਤ ਚੀਨ ਜੰਗ ਅਤੇ 1965 ਵਿੱਚ ਪਾਕਿਸਤਾਨ ਵਿਰੁੱਧ ਜੰਗ ਵਿੱਚ ਵੀ ਜਨਰਲ ਅਰੋੜਾ ਨੇ ਅਗਵਾਈ ਕੀਤੀ। ਦਿਲ ਦੇ ਵਿੱਚ ਦੇਸ਼ ਦੇ ਜੰਗੀ ਇਤਿਹਾਸ ਵਿੱਚ ਆਪਣੀ ਪਛਾਣ ਦਰਜ ਕਰਾਉਣ ਦਾ ਜਨਰਲ ਅਰੋੜਾ ਦਾ ਜਜ਼ਬਾ ਸਦਾ ਬਰਕਰਾਰ ਰਿਹਾ ਅਤੇ ਇਸ ਰਸਤੇ ਤੇ ਉਹ ਅੱਗੇ ਵਧਦੇ ਗਏ। 1971 ਦੀ ਜੰਗ ਤੋਂ 2 ਸਾਲ ਪਹਿਲਾਂ ਪੂਰਬੀ ਕਮਾਨ ਦੇ ਕਮਾਂਡਰ ਇਨ ਚੀਫ ਬਣ ਗਏ ਤੇ ਫਿਰ ਆਇਆ 1971 ਦਾ ਉਹ ਸਾਲ। ਆਪਣੀ ਮੁਹਿੰਮ ਸਰਚਲਾਈਟ ਤਹਿਤ ਪਾਕ ਫੌਜ ਨੇ ਬੰਗਲਾਦੇਸ਼ੀਆਂ ਤੇ ਭਾਰੀ ਅਤਿਆਚਾਰ ਕੀਤੇ, ਲੱਖਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਅਤੇ ਬੇਕਸੂਰਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਉਸ ਵਕਤ ਬੰਗਲਾਦੇਸ਼ੀ ਬੇਬਸ ਅਤੇ ਮਜਬੂਰ ਸੀ ਅਤੇ ਭਾਰਤ ਕੋਲ ਸਿਵਾਏ ਲਲਕਾਰਨ ਦੇ ਹੋਰ ਕੋਈ ਬਦਲ ਨਹੀਂ ਸੀ। ਇਸ ਲਈ 3 ਦਸੰਬਰ ਨੂੰ ਭਾਰਤ ਨੇ ਪੂਰਬੀ ਮੋਰਚੇ ਖੋਲ ਪਾਕਿਸਤਾਨ ਨੂੰ ਚੁਣੌਤੀ ਦਿੱਤੀ। ਪਰ ਇਸ ਤੋਂ ਪਹਿਲਾਂ ਪੂਰਬੀ ਕਮਾਨ ਦੇ ਕਮਾਂਡਰ ਇਨ ਚੀਫ ਲੈਫਟੀਨੈਂਟ ਜਨਰਲ ਅਰੋੜਾ ਨੇ ਪੂਰਬੀ ਮੋਰਚੇ ਤੇ ਭਾਰਤੀ ਫੌਜ ਦੀਆਂ ਲੋੜਾਂ ਅਤੇ ਸਾਜ਼ੋ ਸਮਾਨ ਦੀ ਆਵਾਜਾਈ ਨੂੰ ਯਕੀਨੀ ਬਣਾਇਆ, ਜਿਸ ਵਿੱਚ ਸੜਕਾਂ, ਸੰਚਾਰ ਅਤੇ ਪੁਲਾਂ ਦੇ ਸੁਧਾਰ ਦੇ ਪੂਰਬੀ ਪਾਕਿਸਤਾਨ ਨਾਲ ਸਰਹੱਦ ਦੇ ਨਾਲ 3000 ਟਨ ਸਾਜ਼ੋ ਸਮਾਨ ਦੀ ਪਹੁੰਚ ਦਾ ਪ੍ਰਬੰਧ ਕੀਤਾ। ਮੁਕਾਬਲੇ ਵਿੱਚ ਜਨਰਲ ਅਰੋੜਾ ਨੇ ਬੜੀ ਕਾਰਗਰ ਅਤੇ ਸੁਰੱਖਿਅਤ ਯੋਜਨਾਬੰਦੀ ਕੀਤੀ। ਉਹਨਾਂ ਨੇ ਫੌਜ ਨੂੰ ਛੋਟੀਆਂ ਜੰਗੀ ਟੁਕੜੀਆਂ ਵਿੱਚ ਵੰਡਿਆ ਅਤੇ ਚੋਣਵੇਂ ਮੋਰਚਿਆਂ ਤੇ ਚੁਫੇਰਿਓਂ ਹਮਲੇ ਦੀ ਸ਼ੁਰੂਆਤ ਕੀਤੀ। 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਭਾਰਤੀ ਫੌਜ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ਤੇ ਕਾਬਜ਼ ਹੋ ਗਈ। ਫਿਰ 16 ਦਸੰਬਰ 1971 ਨੂੰ ਆਇਆ ਭਾਰਤ ਦੇ ਜੰਗੀ ਇਤਿਹਾਸ ਦਾ ਯਾਦਗਾਰੀ ਦਿਨ। ਭਾਰਤੀ ਫੌਜ ਦੇ ਬਾਰ-ਬਾਰ ਹੋ ਰਹੇ ਤਾਂਬੜਤੋੜ ਹਮਲੇ ਤੇ ਪਾਕਿਸਤਾਨੀ ਫੌਜਾਂ ਨੂੰ ਆਤਮ ਸਮਰਪਣ ਕਰਵਾਉਣ ਲਈ ਮਜਬੂਰ ਕਰ ਦਿੱਤਾ ਗਿਆ। ਪਾਕਿਸਤਾਨ ਦੇ ਜਨਰਲ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜੀ, ਜਿਸ ਨੇ ਪਹਿਲਾਂ ਪੂਰਬੀ ਪਾਕਿਸਤਾਨ ਵਿੱਚ ਮੌਜੂਦਾ ਸਾਰੇ ਭਾਰਤੀਆਂ ਦੀ ਹੱਤਿਆ ਕਰਨ ਬਾਰੇ ਸ਼ੇਖੀ ਮਾਰੀ ਸੀ, ਬਹਾਦਰ ਭਾਰਤੀ ਫੌਜ ਨੇ ਉਸ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਆਤਮ ਸਮਰਪਣ ਦੇ ਕਾਗਜ਼ਾਂ ਤੇ ਦਸਤਖਤ ਕਰਨ ਦੀ ਜਨਰਲ ਨਿਆਜੀ ਅਤੇ ਜਨਰਲ ਅਰੋੜਾ ਦੀ ਇਹ ਤਸਵੀਰ ਇੱਕ ਅਦੁੱਤੀ ਯਾਦਗਾਰ ਬਣ ਗਈ। ਨਿਆਜੀ ਦੇ ਹੁਕਮ ਹੇਠ 93,000 ਪਾਕਿਸਤਾਨੀ ਸੈਨਿਕਾਂ ਨੇ ਜਨਰਲ ਅਰੋੜਾ ਸਾਹਮਣੇ ਆਤਮ ਸਮਰਪਣ ਕੀਤਾ। ਪਰ ਜਨਰਲ ਅਰੋੜਾ ਨੇ ਕਦੀ ਇਹ ਦਾਅਵਾ ਨਹੀਂ ਕੀਤਾ ਸੀ ਕਿ ਪਾਕਿਸਤਾਨ ਉੱਪਰ ਜਿੱਤ ਉਹਨਾਂ ਕਰਕੇ ਹੋਈ ਹੈ। ਉਹ ਹਮੇਸ਼ਾ ਇਹੀ ਕਹਿੰਦੇ ਸੀ ਕਿ ਲੋਕ ਸਾਡੇ ਨਾਲ ਸਨ। ਜਨਰਲ ਅਰੋੜਾ 1973 ਵਿੱਚ ਸੇਵਾ ਮੁਕਤ ਹੋਏ। ਫੌਜ ਵਿੱਚ ਬੇਮਿਸਾਲ ਭੂਮਿਕਾ ਲਈ ਉਹਨਾਂ ਨੂੰ ਪਦਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 3 ਮਈ 2005 ਨੂੰ ਨਵੀਂ ਦਿੱਲੀ ਵਿੱਚ ਜਨਰਲ ਅਰੋੜਾ 99 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਲਾਮਿਸਾਲ ਦੇਣ ਲਈ ਬੰਗਲਾਦੇਸ਼ ਬਹੁਤ ਧੰਨਵਾਦੀ ਸੀ। ਉਸ ਵੇਲੇ ਦੇ ਬੰਗਲਾਦੇਸ਼ੀ ਵਿਦੇਸ਼ ਮੰਤਰੀ ਮੋਰਸ਼ਦ ਖਾਨ ਨੇ ਲੈਫਟੀਨੈਂਟ ਜਨਰਲ ਅਰੋੜਾ ਦੇ ਸਨਮਾਨ ਵਿੱਚ ਕਿਹਾ ਸੀ, 1971 ਵਿੱਚ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਜਿਸ ਸੂਝ-ਬੂਝ ਨਾਲ ਉਹਨਾਂ ਨੇ ਫੌਜ ਦੀ ਅਗਵਾਈ ਕੀਤੀ ਸੀ, ਉਹਨਾਂ ਦੇ ਇਸ ਯੋਗਦਾਨ ਲਈ ਬੰਗਲਾਦੇਸ਼ ਦੇ ਇਤਿਹਾਸ ਵਿੱਚ ਜਨਰਲ ਅਰੋੜਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।